Dear friend, myself Dr. Nishan Singh. Today we discuss the topic role of public sector in Indian economy. Basically, Indian economy is a mixed economy. In mixed economy, both public and private sector coexist. Simply, mixed means that part of the economy is left to the free market or private sector, and part of it is managed and controlled by the government. ਮਿਕਸਡ ਇਕੋਨਮੀ ਉਹ ਅਰਥ ਵਿਵਸਥਾ ਹੁੰਦੀ ਹੈ ਜਿਸ ਵਿੱਚ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੋਨੋਂ ਹੀ ਵਰਕ ਕਰਦੇ ਹਨ। ਪਬਲਿਕ ਸੈਕਟਰ ਦਾ ਜਿਹੜਾ ਮੋਟਿਵ ਹੁੰਦਾ ਟੂ ਵੈਲਫੇਅਰ ਆਫ ਦਾ ਸੋਸਾਇਟੀ ਐਂਡ ਜਿਹੜਾ ਪ੍ਰਾਈਵੇਟ ਸੈਕਟਰ ਹੁੰਦਾ ਉਹਦਾ ਮੋਟਿਵ ਹੁੰਦਾ ਟੂ ਅਰਨ ਮੈਕਸਿਮਮ ਪ੍ਰੋਫਿਟ। ਨਾਓ ਬਈ ਨੈਕਸਟ ਮੀਨਿੰਗ ਆਫ ਪਬਲਿਕ ਸੈਕਟਰ। ਪਬਲਿਕ ਸੈਕਟਰ ਹੁੰਦਾ ਕੀ ਹੈ? ਪਬਲਿਕ ਸੈਕਟਰ ਰੈਫਰਜ਼ ਟੂ ਦੈਟ ਇੰਡਸਟਰੀਅਲ ਇੰਸਟੀਟਿਊਸ਼ਨ ਵਿਚ ਇਜ਼ ਓਨਡ ਕੰਟਰੋਲਡ ਐਂਡ ਮੈਨੇਜਡ ਬਾਈ ਦਾ ਗੌਰਮੈਂਟ। ਪਬਲਿਕ ਅਦਾਰਾ ਉਹ ਅਦਾਰਾ ਹੁੰਦਾ ਜੋ ਗੌਰਮੈਂਟ ਦਾ ਹੁੰਦਾ। ਗੌਰਮੈਂਟ ਹੀ ਇਸ ਨੂੰ ਕੰਟਰੋਲ ਕਰਦੀ ਹੈ ਔਰ ਗੌਰਮੈਂਟ ਹੀ ਇਸ ਨੂੰ ਮੈਨੇਜਮੈਂਟ ਕਰਦੀ ਹੈ। ਇਹਦੇ ਵਿੱਚ ਗੌਰਮੈਂਟ ਕਿਸੇ ਪ੍ਰਾਈਵੇਟ ਸੈਕਟਰ ਦੀ ਕਿਸੇ ਵੀ ਪਾਲਿਸੀ ਮੈਟਰ ਵਿੱਚ ਕੋਈ ਸਲਾਹ ਮਸ਼ਵਰਾ ਨਹੀਂ ਲੈਂਦੀ। ਇਹਦਾ ਜਿਹੜਾ ਆਬਜੈਕਟਿਵ ਹੁੰਦਾ ਪਬਲਿਕ ਸੈਕਟਰ ਦਾ ਉਹ ਹੁੰਦਾ ਟੂ ਵੈਲਫੇਅਰ ਆਫ ਦਾ ਸੋਸਾਇਟੀ ਜਾਂ ਸੋਸ਼ਲਿਸਟ ਪੈਟਰਨ ਆਫ ਦਾ ਸੋਸਾਇਟੀ। ਇਹਦਾ ਪ੍ਰੋਫਿਟ ਕਮਾਉਣ ਦਾ ਜਿਹੜਾ ਆਬਜੈਕਟਿਵ ਨਹੀਂ ਹੁੰਦਾ। ਨੈਕਸਟ ਅੱਗੇ ਆ ਜਾਂਦਾ ਇਹਦਾ ਜਿਹੜਾ ਰੋਲ ਕੀ ਪਬਲਿਕ ਸੈਕਟਰ ਨੇ ਜਿਹੜਾ ਇੰਡੀਅਨ ਇਕੋਨਮੀ 'ਚ ਕੀ ਪਲੇ ਕੀਤਾ। ਇਹਨੇ ਜਿਹੜਾ ਪਬਲਿਕ ਸੈਕਟਰ ਪਲੇ ਵਾਈਟਲ ਰੋਲ ਫਾਰ ਦਾ ਡਿਵੈਲਪਮੈਂਟ ਆਫ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਦੇ ਵਿਕਾਸ ਵਿੱਚ ਪਬਲਿਕ ਸੈਕਟਰ ਨੇ ਬਹੁਤ ਜ਼ਿਆਦਾ ਵੱਡਾ ਰੋਲ ਅਦਾ ਕੀਤਾ ਹੈ। ਇਹਦੇ ਨੂੰ ਵੀ ਡਿਸਕਸ ਸਟੈਪ ਬਾਈ ਸਟੈਪ ਦਾ ਰੋਲ ਆਫ ਪਬਲਿਕ ਸੈਕਟਰ। ਫਸਟ ਜਿਹੜਾ ਰੋਲ ਇਹਨੇ ਬਹੁਤ ਇੰਪੋਰਟੈਂਟ ਪਲੇ ਕੀਤਾ ਉਹ ਹੈਗਾ ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਕੀ ਹੁੰਦੀ ਹੈ? ਅੰਡਰ ਡਿਵੈਲਪਡ ਕੰਟਰੀਜ਼ ਦੀ ਜਿਹੜੀ ਮੇਨ ਪ੍ਰੋਬਲਮ ਹੈ ਲੋ ਕੈਪੀਟਲ ਫਾਰਮੇਸ਼ਨ ਹੁੰਦੀ ਹੈ। ਇੱਕ ਪ੍ਰੋਫੈਸਰ ਨਰਕਸੇ ਹੈ ਉਹ ਕਹਿੰਦਾ ਜਿੰਨੇ ਚੱਕ ਅੰਡਰ ਡਿਵੈਲਪਡ ਕੰਟਰੀਜ਼ ਦੀ ਕੈਪੀਟਲ ਫਾਰਮੇਸ਼ਨ ਇਨਕਰੀਜ਼ ਹੋਏਗੀ ਉਨੇ ਚੱਕ ਉਸ ਕੰਟਰੀ ਦਾ ਜਿਹੜਾ ਵਿਕਾਸ ਨਹੀਂ ਹੋ ਸਕਦਾ। ਜਿਹੜੀ ਅੰਡਰ ਡਿਵੈਲਪਡ ਕੰਟਰੀਜ਼ ਦੀ ਪ੍ਰੋਬਲਮ ਹੈ ਕਿ ਲੋ ਸੇਵਿੰਗ ਹੁੰਦੀ। ਲੋ ਸੇਵਿੰਗ ਹੋਏਗੀ ਅਤੇ ਲੋ ਕੈਪੀਟਲ ਫਾਰਮੇਸ਼ਨ ਹੋਏਗੀ। ਫਿਰ ਕੀ ਹੈਗਾ ਗੌਰਮੈਂਟ ਕੀ ਕਰਦੀ ਹੈ ਪਬਲਿਕ ਸੈਕਟਰ ਦੇ ਥਰੂ ਜਿਹੜੇ ਅੰਡਰ ਡਿਵੈਲਪਡ ਕੰਟਰੀ ਲਾਈਕ ਇੰਡੀਆ ਇਹਦੇ 'ਚ ਮੈਕਸੀਮਮ ਇਨਵੈਸਟਮੈਂਟ ਕਰਦੀ ਹੈ। ਇਨਵੈਸਟਮੈਂਟ ਜੇ ਹੋਏਗੀ ਉਹਦੇ ਨਾਲ ਕੀ ਹੋਏਗਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਲੋਕਾਂ ਦਾ ਜਿਹੜਾ ਪਰ ਕੈਪੀਟਲ ਇਨਕਮ ਵਧੇਗਾ ਅਤੇ ਲੋਕਾਂ ਦੀ ਪਰਚੇਜਿੰਗ ਪਾਵਰ ਇਨਕਰੀਜ਼ ਹੋਏਗੀ। ਪਰਚੇਜਿੰਗ ਪਾਵਰ ਇਨਕਰੀਜ਼ ਹੋਣ ਦੇ ਨਾਲ ਜਿਹੜੀ ਇਫੈਕਟਿਵ ਡਿਮਾਂਡ ਇਨਕਰੀਜ਼ ਹੋ ਗਈ। ਇਫੈਕਟਿਵ ਡਿਮਾਂਡ ਇਨਕਰੀਜ਼ ਹੋਏਗੀ ਪ੍ਰੋਡਕਸ਼ਨ ਹੋਏਗਾ। ਪ੍ਰੋਡਕਸ਼ਨ ਕਰਨ ਲਈ ਫਿਰ ਇੰਪਲਾਈਮੈਂਟ ਜਨਰੇਟ ਹੋਏਗੀ। ਇੰਪਲਾਈਮੈਂਟ ਜ਼ਿਆਦਾ ਜਿੰਨੀ ਜਨਰੇਟ ਹੋਏਗੀ ਲੋਕਾਂ ਦੇ ਕੋਲ ਇਨਕਮ ਆਏਗੀ। ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਇੰਪਰੂਵ ਹੋਏਗਾ। ਲੋਕਾਂ ਦੀ ਜਿਹੜੀ ਸੇਵਿੰਗ ਵਧੇਗੀ। ਸੇਵਿੰਗ ਜਿਹੜੀ ਹੋਏਗੀ ਉਹ ਬੈਂਕਾਂ 'ਚ ਜਾਏਗੀ। ਬੈਂਕ ਅੱਗੇ ਫਰਦਰ ਲੋਨ ਦੇਣਗੇ। ਗੌਰਮੈਂਟ ਲਏਗੀ ਲੋਨ। ਪ੍ਰਾਈਵੇਟ ਸੈਕਟਰ ਲੋਨ ਲਏਗਾ। ਉਹਦੇ ਨਾਲ ਕੀ ਹੈਗਾ ਅੱਗੋਂ ਹੋਰ ਇੰਡਸਟਰੀ ਜਿਹੜੀ ਦਾ ਵਿਕਾਸ ਹੋਏਗਾ। ਇਟ ਮੀਨਸ ਗੌਰਮੈਂਟ ਨੂੰ ਵੱਧ ਤੋਂ ਵੱਧ ਜਿਹੜਾ ਇਨਵੈਸਟਮੈਂਟ ਇਹਦੇ ਨਾਲ ਇਹਦੇ ਜਿਹੜੇ ਪਬਲਿਕ ਸੈਕਟਰ ਦੇ ਥਰੂ ਕਰਨੀ ਚਾਹੀਦੀ ਤਾਂ ਕਿ ਦੇਸ਼ ਦਾ ਜਿਹੜਾ ਵਿਕਾਸ ਵੱਧ ਤੋਂ ਵੱਧ ਹੋ ਸਕੇ। ਪਬਲਿਕ ਸੈਕਟਰ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਕੈਪੀਟਲ ਫਾਰਮੇਸ਼ਨ ਇਨਕਰੀਜ਼ ਕਰਨ ਦੇ ਵਿੱਚ। ਨੈਕਸਟ ਅੱਗੇ ਆ ਜਾਂਦਾ ਇਹਦਾ ਜਿਹੜਾ ਰੋਲ ਹੈ ਪਬਲਿਕ ਸੈਕਟਰ ਦਾ ਟੂ ਇਨਕਰੀਜ਼ ਨੈਸ਼ਨਲ ਇਨਕਮ। ਪਬਲਿਕ ਸੈਕਟਰ ਦੇ ਜਦੋਂ ਇੰਡੀਆ ਦੀ ਜਿਹੜੀ ਫਸਟ 5 ਈਅਰ ਪਲਾਨ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਪਬਲਿਕ ਸੈਕਟਰ ਟਿਲ ਡੇਟ ਤੱਕ ਬਹੁਤ ਵੱਡਾ ਰੋਲ ਆ ਨੈਸ਼ਨਲ ਇਨਕਮ ਦੇ ਵਿੱਚ। ਪਬਲਿਕ ਸੈਕਟਰ ਪਲੇ ਵਾਈਟਲ ਰੋਲ ਇਨ ਟੂ ਇਨਕਰੀਜ਼ ਦਾ ਨੈਸ਼ਨਲ ਇਨਕਮ। ਜਦੋਂ ਇੰਡੀਆ ਆਜ਼ਾਦ ਹੋਇਆ ਸੀਗਾ 1951 ਦੀ ਆਪਾਂ ਜਦੋਂ ਫਸਟ ਪਾਲਿਸੀ ਹੈ ਉਹਦੇ ਜਿਹੜਾ ਇਹਦਾ ਸ਼ੇਅਰ ਸੀਗਾ ਮੋਰ ਦੈਨ 30% ਸੀਗਾ। ਡੇ ਬਾਈ ਡੇ ਜਿਹੜਾ ਇਹਦਾ ਸ਼ੇਅਰ ਫਾਲ ਹੋਇਆ। ਇਹਦਾ ਫਾਲ ਹੋਣ ਦਾ ਕਾਰਨ ਸੀਗਾ ਗੌਰਮੈਂਟ ਦਾ ਜਿਹੜਾ ਮੇਨ ਸਟਰੈਸ ਸੀਗਾ ਉਹ ਪ੍ਰਾਈਵੇਟ ਸੈਕਟਰ ਨੂੰ ਚਲਾ ਗਿਆ ਅਤੇ ਉਹਦੇ ਕਰਕੇ ਜਿਹੜੀ ਇਨਕਮ ਇਹਦੀ ਫਾਲ ਹੁੰਦੀ ਗਈ। 1991-92 ਦਾ ਜੇ ਆਪਾਂ ਡਾਟਾ ਲੈ ਲੈਂਦੇ ਹਾਂ ਉਹਦੇ ਇਹਦਾ ਜਿਹੜੀ ਨੈਸ਼ਨਲ ਇਨਕਮ 'ਚ ਕੰਟਰੀਬਿਊਸ਼ਨ ਸੀਗੀ ਉਹ ਹੈਗੀ ਸੀਗੀ 14.2%। ਪਰ ਜਿਹੜਾ ਲੇਟੈਸਟ ਇਹਦਾ ਹੁਣ ਜਿਹੜੀ ਨੈਸ਼ਨਲ ਇਨਕਮ 'ਚ ਜਿਹੜੀ ਇਹਦੀ ਕੰਟਰੀਬਿਊਸ਼ਨ ਆ ਪਬਲਿਕ ਸੈਕਟਰ ਦੀ ਉਹ ਹੈਗੇ ਮੋਰ ਦੈਨ 20%। ਇਟ ਮੀਨਸ ਪਬਲਿਕ ਸੈਕਟਰ ਅਜੇ
भी ਜਿਹੜਾ ਨੈਸ਼ਨਲ ਇਨਕਮ ਵਿੱਚ ਆਪਣਾ ਯੋਗਦਾਨ ਪਾ ਰਿਹਾ। ਕਿਉਂਕਿ ਗੌਰਮੈਂਟ ਦਾ ਜਿਹੜਾ ਮੇਨ ਅਤੇ ਮੋਟਿਵ ਤਾਂ ਇਹੀ ਹੈ ਨਾ, ਵੱਧ ਤੋਂ ਵੱਧ ਇੰਡਸਟਰੀ ਲੱਗੇ ਗੌਰਮੈਂਟ ਨੂੰ ਇਨਕਮ ਆਏਗੀ ਅਤੇ ਜਿਹੜਾ ਉਹਦੇ ਨਾਲ ਜਿਹੜਾ ਇਨਕਮ ਆਏਗੀ ਅਤੇ ਉਹਦੇ ਨਾਲ ਜਿਹੜੀ ਦੇਸ਼ ਦੀ ਵੀ ਇਨਕਮ ਵਧੇਗੀ। ਕਿਉਂਕਿ ਲੋਕ ਟੈਕਸ ਪੇ ਕਰਨਗੇ ਅਤੇ ਗੌਰਮੈਂਟ ਦੀ ਇਨਕਮ ਇੰਪਰੂਵ ਹੋਵੇਗੀ। ਨੈਕਸਟ ਅੱਗੇ ਆ ਜਾਂਦਾ ਇਹਦਾ ਜਿਹੜਾ ਰੋਲ ਇਹਨੇ ਪਲੇ ਕੀਤਾ ਟੂ ਡਿਵੈਲਪਮੈਂਟ ਆਫ ਦਾ ਬੇਸਿਕ ਇੰਡਸਟਰੀ। ਕੋਈ ਵੀ ਜਿਹੜਾ ਦੇਸ਼ ਆ ਜਿਹੜਾ ਉਹਦਾ ਉਨੀ ਤੱਕ ਵਿਕਾਸ ਨਹੀਂ ਹੋ ਸਕੇਗਾ ਜਿੰਨੀ ਤੱਕ ਉੱਥੇ ਬੇਸਿਕ ਇੰਡਸਟਰੀ ਜਿਹੜੀ ਡਿਵੈਲਪ ਨਹੀਂ ਹੋਏਗੀ। ਪਬਲਿਕ ਸੈਕਟਰ ਨੇ ਫਿਰ ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ ਹੈ ਟੂ ਡਿਵੈਲਪਮੈਂਟ ਆਫ ਦਾ ਬੇਸਿਕ ਇੰਡਸਟਰੀ ਜਿਵੇਂ ਲਾਈਕ ਆਇਰਨ ਐਂਡ ਸਟੀਲ ਇੰਡਸਟਰੀ, ਮਸ਼ੀਨਰੀ, ਫਰਟੀਲਾਈਜ਼ਰ ਇੰਡਸਟਰੀ, ਟੈਕਸਟਾਈਲ ਇੰਡਸਟਰੀ। ਕਿਉਂਕਿ ਇਹ ਇੰਡਸਟਰੀਆਂ ਲੱਗਣਗੀਆਂ, ਇਹ ਪ੍ਰੀ ਕੰਡੀਸ਼ਨ ਹੁੰਦੀ ਹੈ ਜਿਹੜੀ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿਕਾਸ ਕਰਨ ਲਈ। ਜੇ ਉੱਥੇ ਬੇਸਿਕ ਇੰਡਸਟਰੀ ਦਾ ਵਿਕਾਸ ਹੋਏਗਾ ਤਾਂ ਤਾਂ ਹੀ ਦੂਸਰੀਆਂ ਜਿਹੜੀਆਂ ਇੰਡਸਟਰੀਆਂ ਜਿਹੜੀਆਂ ਉਹ ਡਿਵੈਲਪ ਹੋ ਸਕਣਗੀਆਂ, ਦੇਸ਼ ਦਾ ਜਿਹੜਾ ਵਿਕਾਸ ਹੋ ਸਕੇਗਾ। ਜਿਹੜਾ ਅੱਗੇ ਨੈਕਸਟ ਇਹਨੇ ਬੜਾ ਵੱਡਾ ਰੋਲ ਅਦਾ ਕੀਤਾ ਪਬਲਿਕ ਸੈਕਟਰ ਨੇ, ਉਹ ਹੈਗਾ ਡਿਵੈਲਪਮੈਂਟ ਆਫ ਇਨਫਰਾਸਟਰਕਚਰ ਦੀ ਜਿਹੜੀ ਹੈਗੀ ਹੈ। ਜੇ ਜਿਹੜੀ ਅੰਡਰ ਡਿਵੈਲਪਡ ਕੰਟਰੀ ਦੀ ਜਿਹੜੀ ਕੋਈ ਵੀ ਕੰਟਰੀ ਹੈ ਉਹਦੀ ਪ੍ਰੀ ਕੰਡੀਸ਼ਨ ਆ ਵੀ ਉਸ ਕੰਟਰੀ ਦਾ ਜਿਹੜਾ ਇਨਫਰਾਸਟਰਕਚਰਸ ਬਹੁਤ ਵਧੀਆ ਹੋਣਾ ਚਾਹੀਦਾ। ਇਨਫਰਾਸਟਰਕਚਰ ਵਿੱਚ ਕੀ ਆ ਜਾਂਦਾ, ਰੋਡ ਆ ਗਏ, ਕਮਿਊਨੀਕੇਸ਼ਨਸ ਆ ਗਿਆ, ਪਾਵਰ ਆ ਗਿਆ, ਰੇਲਵੇ ਹੋ ਗਈ, ਠੀਕ ਹੈ। ਇਹ ਸਾਰਾ ਜੇ ਇਹ ਦੇਸ਼ ਵਿੱਚ ਹੋਏਗਾ ਤਾਂ ਹੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਸ ਦੇਸ਼ ਵਿੱਚ ਆਣ ਕੇ ਇਨਵੈਸਟਮੈਂਟ ਕਰਨਗੀਆਂ। ਪ੍ਰਾਈਵੇਟ ਸੈਕਟਰ ਵੀ ਅਦਾਰਾ ਜਿਹੜਾ ਉਹਦੇ 'ਚ ਜ਼ਿਆਦਾ ਫਿਰ ਇਨਵੈਸਟਮੈਂਟ ਕਰੇਗਾ। ਇਸ ਕਰਕੇ ਗੌਰਮੈਂਟ ਇਹ ਜਿਹੜਾ ਬੇਸਿਕਲੀ ਜਿਹੜਾ ਇਹ ਹੁੰਦਾ ਇਨਫਰਾਸਟਰਕਚਰਸ ਦਾ ਜਿਹੜਾ ਇਹ ਨੋ ਪ੍ਰੋਫਿਟ ਨਹੀਂ ਹੁੰਦਾ ਇਹਦੇ 'ਚ ਜ਼ਿਆਦਾ। ਇਸ ਕਰਕੇ ਪ੍ਰਾਈਵੇਟ ਸੈਕਟਰ ਜਿਹੜਾ ਇਹਦੇ 'ਚ ਇਨਵੈਸਟਮੈਂਟ ਨਹੀਂ ਕਰਦਾ। ਫਿਰ ਕੀ ਹੈਗਾ, ਗੌਰਮੈਂਟ ਨੂੰ ਇਹਦੇ 'ਚ ਇਨਵੈਸਟਮੈਂਟ ਕਰਨੀ ਪੈਂਦੀ। ਜੇ ਗੌਰਮੈਂਟ ਇਨਵੈਸਟ ਕਰੇਗੀ ਅਤੇ ਇਹ ਜਿਹੜਾ ਇਨਫਰਾਸਟਰਕਚਰਸ ਆ ਦੇਸ਼ ਦਾ ਇਹ ਇੰਪਰੂਵ ਹੋ ਜਾਏਗਾ। ਇੰਪਰੂਵ ਹੋਣ ਦੇ ਨਾਲ ਫਿਰ ਜਿਹੜੀਆਂ ਹੋਰ ਇੰਡਸਟਰੀਆਂ ਵੀ ਜਿਹੜੀਆਂ ਲੱਗਣਗੀਆਂ, ਮਲਟੀਨੈਸ਼ਨਲ ਕੰਪਨੀਆਂ ਵੀ ਜਿਹੜੀਆਂ ਹੋਂਦ ਦੇ 'ਚ ਆਉਣਗੀਆਂ। ਅਗਲਾ ਜਿਹੜਾ ਇਹਦਾ ਨੈਕਸਟ ਜਿਹੜਾ ਰੋਲ ਅਦਾ ਕੀਤਾ ਜਿਹੜਾ ਪਬਲਿਕ ਸੈਕਟਰ ਨੇ ਉਹ ਹੈਗਾ ਟੂ ਐਕਸਪੋਰਟ ਪ੍ਰਮੋਸ਼ਨ। ਐਕਸਪੋਰਟ ਪ੍ਰਮੋਸ਼ਨ ਕੀ ਹੁੰਦਾ, ਇੱਕ ਬੈਲੈਂਸ ਆਫ ਟਰੇਡ। ਪਹਿਲਾਂ ਮੈਂ ਤੁਹਾਨੂੰ ਇੱਕ ਸਿੰਪਲੀ ਦੱਸ ਦੇਣਾ ਬੈਲੈਂਸ ਆਫ ਟਰੇਡ ਵਿੱਚ ਕੀ ਹੁੰਦਾ ਵਾ, ਐਕਸਪੋਰਟ ਅਤੇ ਇੰਪੋਰਟ। ਜੇ ਕਿਸੇ ਦੇਸ਼ ਦਾ ਐਕਸਪੋਰਟ ਇਨ ਵੈਲਿਊ ਟਰਮ 'ਚ ਅਤੇ ਇੰਪੋਰਟ ਤੋਂ ਜ਼ਿਆਦਾ ਵਾ ਅਤੇ ਫਿਰ ਕੀ ਹੋਏਗਾ, ਉਸ ਦੇਸ਼ ਦਾ ਜਿਹੜਾ ਬੈਲੈਂਸ ਆਫ ਟਰੇਡ ਉਹ ਹੋਏਗਾ ਸਰਪਲਸ। ਜੇ ਆਪਣੇ ਇੰਪੋਰਟ ਜ਼ਿਆਦਾ ਹੋਣਗੀਆਂ, ਐਕਸਪੋਰਟ ਘੱਟ ਹੋਣਗੀਆਂ ਅਤੇ ਫਿਰ ਕੀ ਹੋਏਗਾ, ਜਿਹੜਾ ਦੇਸ਼ ਦਾ ਜਿਹੜਾ ਆਪਣਾ ਬੈਲੈਂਸ ਆਫ ਟਰੇਡ ਹੈ ਉਹ ਡੈਫੀਸਿਟ ਹੋ ਜਾਏਗਾ। ਜੇ ਐਕਸਪੋਰਟ ਅਤੇ ਇੰਪੋਰਟ ਆਰ ਇਕੁਅਲ ਅਤੇ ਫਿਰ ਕੀ ਹੋਏਗਾ, ਬੈਲੈਂਸ ਆਫ ਟਰੇਡ। ਫਿਰ ਗੌਰਮੈਂਟ ਦੀ ਕੀ ਸਟਰੈਸ ਇਹੀ ਹੁੰਦਾ ਵਾ ਵੀ ਆਪਾਂ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਬਾਹਰੋਂ ਮੰਗਾਉਂਦੇ ਹਾਂ ਉਹਦਾ ਇੰਪੋਰਟ ਸਬਸਟੀਟਿਊਸ਼ਨ ਇੱਥੇ ਤਿਆਰ ਕਰਨਾ ਵਾ। ਇਸੇ 'ਚ ਫਿਰ ਕੀ ਪਬਲਿਕ ਸੈਕਟਰ ਨੇ ਕੀ ਕੀਤਾ, ਜਿਹੜੀਆਂ ਬਹੁਤ ਵੱਡਾ ਯੋਗਦਾਨ ਪਾਇਆ, ਜਿਵੇਂ ਪੈਟਰੋਕੈਮੀਕਲ ਪ੍ਰੋਡਕਟ, ਰੇਲਵੇ ਦੇ ਜਿਹੜੇ ਪ੍ਰੋਡਕਟ ਜਿਹੜੀ ਆ ਗਿਆ, ਫਰਟੀਲਾਈਜ਼ਰ, ਕੈਮੀਕਲ ਆ ਗਿਆ, ਇਹ ਸਾਰਾ ਗੌਰਮੈਂਟ ਨੇ ਇਹਦੇ 'ਚ ਮੈਡੀਸਨ ਆ ਗਿਆ, ਇਹ ਬੜਾ ਵੱਡਾ ਰੋਲ ਅਦਾ ਕੀਤਾ ਜਿਹੜੀਆਂ ਗੌਰਮੈਂਟ ਦੇ ਅਦਾਰੇ ਨੇ। ਨੈਕਸਟ ਅੱਗੇ ਆ ਜਾਂਦਾ ਐਕਸਪੋਰਟ ਪ੍ਰਮੋਸ਼ਨ। ਕਿਸੇ ਦੇਸ਼ ਦਾ ਵਿਕਾਸ ਲਈ ਦੇਸ਼ ਦੀ ਇਹੀ ਪਾਲਿਸੀ ਹੁੰਦੀ ਹੈ ਵੱਧ ਤੋਂ ਵੱਧ ਆਪਣਾ ਐਕਸਪੋਰਟ ਹੋਵੇ ਅਤੇ ਇੰਪੋਰਟ ਘੱਟ ਤੋਂ ਘੱਟ ਹੋਵੇ। ਫਿਰ ਜਿਹੜੇ ਪਬਲਿਕ ਸੈਕਟਰ ਦੇ ਥਰੂ ਪਬਲਿਕ ਸੈਕਟਰ ਨੇ ਇਹਨੇ ਐਕਸਪੋਰਟ ਕਰਨ ਵਿੱਚ ਜਿਵੇਂ ਆ ਜਾਂਦਾ ਵਾ, ਜਿਹੜੇ ਐਕਸਪੋਰਟ ਕੀਤੀਆਂ ਪ੍ਰੋਡਕਟ ਜਿਹੜੇ ਆ ਗਏ, ਰੇਲਵੇ ਇੰਜਣ, ਸਟੀਲ ਆ ਗਿਆ, ਮਸ਼ੀਨਰੀ ਆ ਗਿਆ, ਅੱਜ ਕੱਲ੍ਹ ਲੇਟੈਸਟ ਜਿਵੇਂ ਟਰੈਕਟਰ ਬਾਹਰਲੀ ਕੰਟਰੀ ਨੂੰ ਬਹੁਤ ਜਾ ਰਹੇ ਨੇ, ਠੀਕ। ਇਹ ਸਾਰਾ ਜਿਹੜਾ ਗੌਰਮੈਂਟ ਨੇ ਵੱਡਾ ਰੋਲ ਅਦਾ ਕੀਤਾ, ਬਚਤ ਭੇਜਦੀ ਰਿਹਾ ਗੌਰਮੈਂਟ ਜਿਹੜਾ ਅਦਾਰੇ। ਨੈਕਸਟ ਇਹਦਾ ਰੋਲ ਆ ਜਾਂਦਾ ਜਿਹੜਾ ਰਿਡਿਊਸ ਰੀਜਨਲ ਇਨਕੁਐਲਿਟੀ ਕੀ ਹੁੰਦੀ ਵੇ, ਕੁਛ ਜਿਹੜੀਆਂ ਸਟੇਟਸ ਨੇ ਉਹ ਬੈਕਵਰਡ ਨੇ, ਕੁਛ ਜਿਹੜੀਆਂ ਸਟੇਟਾਂ ਨੇ ਬਹੁਤ ਜਿੱਥੇ ਜ਼ਿਆਦਾ ਇੰਡਸਟਰੀ ਡਿਵੈਲਪ ਹੋ ਗਈ, ਜਿਵੇਂ ਮਹਾਰਾਸ਼ਟਰਾ, ਤਾਮਿਲਨਾਡੂ, ਗੁਜਰਾਤ, ਇੱਥੇ ਇੰਡਸਟਰੀ ਬਹੁਤ ਜ਼ਿਆਦਾ ਲੱਗੀ। ਅਤੇ ਜਿਹੜੀਆਂ ਬੈਕਵਰਡ ਸਟੇਟਾਂ, ਉੜੀਸਾ ਹੋ ਗਿਆ, ਝਾਰਖੰਡ ਹੋ ਗਿਆ, ਬਿਹਾਰ ਹੋ ਗਿਆ, ਇਹ ਲੈਕ ਆਫ ਇੰਡਸਟਰੀਅਲ ਏਰੀਆ ਵਾ। ਇਸ ਫਿਰ ਕੀ ਗੌਰਮੈਂਟ ਕੀ ਕਰਦੀ ਹੈ, ਰੀਜਨਲ ਡਿਸਪੈਰਿਟੀ ਨੂੰ ਦੂਰ ਕਰਨ ਲਈ ਜਿਹੜੀਆਂ ਬੈਕਵਰਡ ਸਟੇਟਸ ਨੇ ਉੱਥੇ ਗੌਰਮੈਂਟ ਨੇ ਅਦਾਰੇ ਜਿਹੜੇ ਲਗਾਏ, ਜਿਵੇਂ ਆਇਰਨ ਸਟੀਲ ਇੰਡਸਟਰੀ, ਕੋਲ ਇੰਡਸਟਰੀ, ਇਹ ਸਾਰੀਆਂ ਉੱਥੇ ਝਾਰਖੰਡ, ਬਿਹਾਰ ਸਾਈਡ ਨੇ ਸਾਰੀਆਂ ਲਗਾਈਆਂ ਗਈਆਂ ਗੌਰਮੈਂਟ, ਤਾਂ ਕਿ ਉੱਥੇ ਦੇ ਲੋਕਾਂ ਦਾ ਵੀ ਜਿਹੜਾ ਸਟੈਂਡਰਡ ਆਫ ਲਿਵਿੰਗ ਇੰਪਰੂਵ
ਜਿਹੜੀਆਂ ਉਹ ਬੈਕਵਰਡ ਸਟੇਟਸ ਨੇ ਉਹ ਵੀ ਜਿਹੜੀਆਂ ਡਿਵੈਲਪਡ ਸਟੇਟਸ ਨੇ ਉਹਨਾਂ ਦੇ ਮੁਕਾਬਲੇ ਵਿੱਚ ਆ ਜਾਣ, ਉੱਥੇ ਦੇ ਲੋਕਾਂ ਦਾ ਰੁਜ਼ਗਾਰ ਮਿਲੇ। ਠੀਕ ਹੈ, ਇਹ ਵੀ ਇੱਕ ਬੜਾ ਵੱਡਾ ਰੋਲ ਅਦਾ ਕੀਤਾ ਜਿਹੜਾ ਪਬਲਿਕ ਸੈਕਟਰ ਨੇ ਟੂ ਰਿਮੂਵ ਦਾ ਰੀਜਨਲ ਇਨਕੁਐਲਿਟੀ। ਨੈਕਸਟ ਅੱਗੇ ਆ ਜਾਂਦਾ ਜਿਹੜਾ ਇਹਨੇ ਰੋਲ ਕੀਤਾ ਪਲੇ ਸੋਸ਼ਲਿਸਟ ਪੈਟਰਨ ਆਫ ਦਾ ਸੋਸਾਇਟੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਗੌਰਮੈਂਟ ਦਾ ਜਿਹੜਾ ਮੇਨ ਮੋਟਿਵ ਕੀ ਹੈਗਾ ਹੁੰਦਾ ਵਾ ਟੂ ਵੈਲਫੇਅਰ ਆਫ ਦਾ ਸੋਸਾਇਟੀ। ਸੋਸ਼ਲਿਸਟ ਪੈਟਰਨ ਆਪਣਾ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਪਹਿਲੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ, ਉਹਦੀ ਪਾਲਿਸੀ ਸੀਗੀ ਵੀ ਸੋਸ਼ਲਿਸਟ ਪੈਟਰਨ ਆਫ ਦਾ ਸੋਸਾਇਟੀ, ਮਤਲਬ ਕਿ ਜਿਹੜੀ ਵੀ ਇੰਡਸਟਰੀਅਲ ਪਾਲਿਸੀ ਜਿਹੜੀ ਫਸਟ 5 ਈਅਰ ਪਲਾਨ 'ਚ ਬਣਾਈ ਗਈ ਉਹਦਾ ਇਹੀ ਸੀਗਾ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ। ਜਿਹੜੇ ਪਬਲਿਕ ਸੈਕਟਰ ਨੇ ਇਹਨਾਂ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਪਬਲਿਕ ਸੈਕਟਰ ਇਹਦਾ ਮੇਨ ਮੋਟਿਵ ਕੀ ਹੁੰਦਾ ਵਾ ਟੂ ਵੈਲਫੇਅਰ ਆਫ ਦਾ ਸੋਸਾਇਟੀ। ਜਿਹੜੇ ਪ੍ਰਾਈਵੇਟ ਸੈਕਟਰ ਨੇ ਉਹਨਾਂ ਦਾ ਕੀ ਮੋਟਿਵ ਕੀ ਹੁੰਦਾ ਵਾ ਟੂ ਅਰਨ ਪ੍ਰੋਫਿਟ। ਅਤੇ ਫਿਰ ਜਿਹੜੇ ਫਿਰ ਇਹਦੇ ਥਰੂ ਕੀ ਕਰਦਾ ਪਬਲਿਕ ਸੈਕਟਰ ਕੀ ਕਰਦਾ ਜਿਹੜੀ ਮਤਲਬ ਕਿ ਇਹ ਪਬਲਿਕ ਸੈਕਟਰ ਦਾ ਗੌਰਮੈਂਟ ਦਾ ਇਹ ਵੀ ਇੱਕ ਉਦੇਸ਼ ਹੁੰਦਾ ਵਾ ਜਿਹੜਾ ਨਾ ਦੂਸਰਾ ਜਿਹੜਾ ਨਾ ਉਹਦਾ ਕੰਸਨਟ੍ਰੇਸ਼ਨ ਨਹੀਂ ਹੁੰਦੇ ਨੇ, ਮਤਲਬ ਕਿ ਜੇ ਕੰਸਨਟ੍ਰੇਸ਼ਨ ਜ਼ਿਆਦਾ ਹੋਏਗੀ ਉਹ ਫਿਰ ਕੀ ਹੋਏਗਾ ਉਹ ਪ੍ਰਾਈਵੇਟ ਸੈਕਟਰ ਹੈ ਜਿਹੜੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਧਨ ਜਾਏਗਾ। ਫਿਰ ਗੌਰਮੈਂਟ ਕੀ ਕਰਦੀ ਹੈ ਇਹਨੂੰ ਰਿਡਿਊਸ ਕਰਨ ਲਈ ਆਪ ਸਰਕਾਰੀ ਅਦਾਰੇ ਲਗਾਉਂਦੀ ਹੈ। ਸਰਕਾਰੀ ਅਦਾਰੇ ਲਾਉਣਗੇ ਇਹਦੇ 'ਚ ਕੀ ਹੁੰਦਾ ਵਾ ਸਰਕਾਰੀ ਅਦਾਰੇ ਲੱਗਣਗੇ ਉਹਦੇ 'ਚ ਇਕੁਐਲਿਟੀ ਪੇ ਹੈ। ਠੀਕ ਹੈ, ਵਰਕ ਦਾ ਵੀ ਟਾਈਮ ਹੈ, ਜਾਣ ਦਾ ਵੀ ਟਾਈਮ ਹੈ, ਆਉਣ ਦਾ ਵੀ ਟਾਈਮ ਹੈ। ਠੀਕ ਹੈ, ਕਿਸੇ ਨਾਲ ਪਾਰਸ਼ਲਟੀ ਨਹੀਂ ਕੀਤੀ ਜਾਂਦੀ। ਠੀਕ, ਇਹਦੇ ਨਾਲ ਫਿਰ ਕੀ ਹੈਗਾ ਸੋਸ਼ਲਿਸਟ ਪੈਟਰਨ ਆਫ ਸੁਸਾਇਟੀ ਸਮਾਨਤਾ ਦਾ ਜਿਹੜਾ ਲਾ ਜਿਹੜਾ ਉਹ ਲਾਗੂ ਹੁੰਦਾ ਹੈ। ਨੈਕਸਟ ਅੱਗੇ ਇਹਦਾ ਜਿਹੜਾ ਰੋਲ ਪਲੇ ਕੀਤਾ ਪਬਲਿਕ ਸੈਕਟਰ ਨੇ ਟੂ ਪ੍ਰਮੋਟ ਇੰਪਲਾਇਮੈਂਟ। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਇੰਪਲਾਇਮੈਂਟ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸਟੇਟ ਗੌਰਮੈਂਟ ਨੇ ਰੋਲ ਕੀਤਾ ਪਲੇ ਕੀਤਾ, ਸੈਂਟਰ ਗੌਰਮੈਂਟ ਨੇ ਪਲੇ ਕੀਤਾ, ਜਿਹੜੀਆਂ ਲੋਕਲ ਗੌਰਮੈਂਟਸ ਵਿੱਚ ਵੀ ਲੋਕ ਇਹਦੇ 'ਚ ਸਰਵਿਸ ਕਰਦੇ ਨੇ। ਕਿਉਂਕਿ ਬੇਸਿਕਲੀ ਜਿਹੜੀ ਗੌਰਮੈਂਟ ਹਰ ਇੱਕ ਕੋਈ ਵੀ ਵਿਅਕਤੀ ਹੈ ਉਹ ਪ੍ਰੈਫਰ ਕੀ ਕਰਦਾ ਵੀ ਗੌਰਮੈਂਟ ਸਰਵਿਸ ਨੂੰ। ਠੀਕ ਹੈ, ਗੌਰਮੈਂਟ ਸਰਵਿਸ 'ਚ ਪੇ ਦਾ ਕੋਈ ਡਿਫਰੈਂਸ ਨਹੀਂ ਹੁੰਦਾ, ਕੋਈ ਐਕਸਪਲਾਈਟੇਸ਼ਨ ਨਹੀਂ ਹੁੰਦੀ। ਠੀਕ ਹੈ, ਗੌਰਮੈਂਟ ਨੇ ਮੋਰ ਦੈਨ ਜਿਹੜੇ 60% ਐਟ ਪ੍ਰੈਜੈਂਟ ਵੀ ਜਿਹੜੇ ਔਰਗਨਾਈਜ਼ਡ ਸੈਕਟਰ ਆ ਉਹਦੇ 'ਚ ਜਿਹੜੇ ਔਰਗਨਾਈਜ਼ ਸੈਕਟਰ ਉਹਦੇ 'ਚ ਪਬਲਿਕ ਸੈਕਟਰ ਦੇ ਵਿੱਚ ਲੋਕ ਵਰਕ ਕਰ ਰਹੇ ਨੇ। ਨੈਕਸਟ ਅੱਗੇ ਜਿਹੜਾ ਇਹਦਾ ਰੋਲ ਬੜਾ ਵੱਡਾ ਜਿਹੜਾ ਇਹਨੇ ਪਲੇ ਕੀਤਾ ਵਾ ਟੂ ਪ੍ਰਮੋਟ ਐਨਸੈਲਰੀ ਇੰਡਸਟਰੀ। ਐਨਸੈਲਰੀ ਇੰਡਸਟਰੀਜ਼ ਕਿਹੜੀਆਂ ਹੁੰਦੀਆਂ ਜਦੋਂ ਵੱਡੇ ਅਦਾਰੇ ਜਦੋਂ ਐਸਟੈਬਲਿਸ਼ ਹੋਏ, ਵੱਡੀਆਂ ਜਿਹੜੀਆਂ ਫੈਕਟਰੀਆਂ ਜਿਹੜੀਆਂ ਲਗਾਈਆਂ ਗੌਰਮੈਂਟ ਨੇ ਉਹਦੇ ਨਾਲ ਜਿਹੜੇ ਛੋਟੇ ਜਿਹੜੇ ਉਦਯੋਗ ਜਿਹੜੇ ਘਰ 5 ਤੋਂ ਲੈ ਕੇ 10 ਤੱਕ ਜਿਹੜੇ ਵਰਕਰ ਵਰਕ ਕਰ ਸਕਦੇ ਨੇ ਐਨਸੈਲਰੀ ਜਿਹੜੇ ਯੂਨਿਟਸ ਨੇ ਉਹ ਲੱਗੇ। ਕਿਉਂਕਿ ਇੰਟਰਮੀਡੀਏਟ ਪ੍ਰੋਡਕਟ ਜਿਹੜੇ ਕੋਈ ਫੈਕਟਰੀ ਜਿਹੜੀ ਵੱਡੀ ਹੈ ਉਹ ਸਾਰੇ ਪ੍ਰੋਡਕਟ ਆਪ ਪ੍ਰੋਡਿਊਸ ਨਹੀਂ ਕਰਦੀ। ਉਹ ਫਿਰ ਅੱਗੇ ਕਿ ਕੁਛ ਜਿਹੜੇ ਪ੍ਰੋਡਕਟ ਨੇ ਉਹ ਇੰਟਰਮੀਡੀਏਟ ਜਿਹੜੇ ਪ੍ਰੋਡਕਟ ਨੇ ਉਹ ਜਿਹੜੇ ਉਹਦੀਆਂ ਐਨਸੈਲਰੀ ਯੂਨਿਟਸ ਸਹਾਇਕ ਯੂਨਿਟਸ ਨੇ ਉਹਨਾਂ ਤੋਂ ਲੈਂਦੇ। ਜਿਵੇਂ ਫਾਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਜਿਵੇਂ ਮਾਰੂਤੀ ਉਦਯੋਗ ਦੀ ਲੈ ਲੈਂਦੇ ਐਗਜ਼ਾਮਪਲ। ਮਾਰੂਤੀ ਉਦਯੋਗ ਸਾਰੇ ਆਪਣੇ ਪ੍ਰੋਡਕਟ ਆਪ ਪ੍ਰੋਡਿਊਸ ਨਹੀਂ ਕਰਦੀ ਕਿ ਜਿਹੜੇ ਛੋਟੇ ਉਦਯੋਗ ਕਿਸੇ ਤੋਂ ਟਾਇਰ ਲੈ ਰਹੀ ਹੈ, ਕਿਸੇ ਤੋਂ ਰਿਮ ਲੈ ਰਹੀ ਹੈ, ਕਿਸੇ ਤੋਂ ਮਤਲਬ ਕਿ ਵੀਲ ਲੈ ਰਹੀ ਹੈ, ਸਾਰਾ ਫਿਰ ਇਹ ਅਲੱਗ ਹੈ ਨਾ, ਇਹ ਫਿਰ ਇਕੱਠਾ ਅਸੈਂਬਲਡ ਕਰ ਦਿੰਦੇ ਨੇ। ਇਸ ਕਰਕੇ ਇੱਦਾਂ ਹੀ ਜਿਹੜੇ ਗੌਰਮੈਂਟ ਦੇ ਅਦਾਰੇ ਨੇ ਉਹ ਸਾਰੇ ਜਿਹੜੇ ਪ੍ਰੋਡਕਟ ਆਪਣੇ ਪ੍ਰੋਡਿਊਸ ਆਪ ਨਹੀਂ ਕਰਦੇ, ਉਹ ਲੋਕ ਜਿਹੜੇ ਸਹਾਇਕ ਜਿਹੜੇ ਯੂਨਿਟ ਨੇ ਉਹਨਾਂ ਦੀ ਮਦਦ ਲੈ ਕੇ ਅਤੇ ਅੱਗੇ ਜਿਹੜਾ ਪ੍ਰੋਡਕਸ਼ਨ ਤਿਆਰ ਕੀਤਾ ਜਾਂਦਾ। ਇਹਦੇ ਨਾਲ ਕੀ ਹੋਇਆ ਪਬਲਿਕ ਸੈਕਟਰ ਦਾ ਵਿਕਾਸ ਹੋਣ ਦੇ ਨਾਲ ਜਿਹੜੀਆਂ ਵੱਡੀਆਂ ਫੈਕਟਰੀਆਂ ਬਣਨ ਦੇ ਨਾਲ ਲੱਗਣ ਦੇ ਨਾਲ ਜਾਂ ਕਹਿ ਸਕਦੇ ਆਪਾਂ ਉਹਦੇ ਨਾਲ ਜਿਹੜੇ ਛੋਟੇ ਉਦਯੋਗਾਂ ਨੂੰ ਵੀ ਰੁਜ਼ਗਾਰ ਮਿਲਿਆ। ਨੈਕਸਟ ਅੱਗੇ ਆ ਜਾਂਦਾ ਇਹਦਾ ਜਿਹੜਾ ਇਹਨੇ ਰੋਲ ਅਦਾ ਕੀਤਾ ਵਾ ਟੂ ਰੀਹੈਬਿਲੀਟੇਸ਼ਨ ਆਫ ਸਿੱਕ ਯੂਨਿਟ ਕਿਹੜੇ ਹੁੰਦੇ ਨੇ ਜਿਹੜੇ ਬਿਮਾਰ ਹੋ ਜਾਂਦੇ ਨੇ। ਜਿਹੜੇ ਪ੍ਰਾਈਵੇਟ ਸੈਕਟਰ ਦੇ ਨਾ ਕੁਛ ਅਦਾਰੇ ਜਿਹੜੇ ਮਤਲਬ ਕਿ ਲੋਨ ਲੈ ਲੈਂਦੇ ਨੇ ਅਤੇ ਉਹ ਫਿਰ ਲੋਨ ਨਹੀਂ ਪੇ ਸਕਦੇ, ਫਿਰ ਬੰਦ ਹੋਣ ਦੇ ਕਿਨਾਰੇ ਚਲੇ ਜਾਂਦੇ ਨੇ। ਫਿਰ ਗੌਰਮੈਂਟ ਕੀ ਕਰਦੀ ਜਿਹੜੀਆਂ ਸਿੱਕ ਮਿਲਜ਼ ਹੁੰਦੀਆਂ ਨੇ ਉਹ ਆਪ ਕੰਟਰੋਲ ਕਰ ਲੈਂਦੀਆਂ ਨੇ। ਕਿਉਂਕਿ ਬੇਸਿਕਲੀ ਗੌਰਮੈਂਟ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹਦਾ ਕੀ ਮੋਟਿਵ ਕੀ ਹੁੰਦਾ ਗੌਰਮੈਂਟ ਦਾ ਟੂ ਵੈਲਫੇਅਰ ਆਫ ਦਾ ਸੋਸਾਇਟੀ। ਜੇ ਉਹ ਬੰਦ ਹੋਏਗਾ ਅਦਾਰਾ ਅਤੇ ਲੋਕ ਔਨ ਰੋਡ ਹੋਣਗੇ, ਲੋਕਾਂ ਦਾ ਰੁਜ਼ਗਾਰ ਚਲਾ ਜਾਏਗਾ। ਫਿਰ ਗੌਰਮੈਂਟ ਉਹ ਆਪ ਕੰਟਰੋਲ ਕਰਦੀ, ਗੌਰਮੈਂਟ ਉਹਨੂੰ ਰਿਵਾਈਵਲ ਕਰਦੀ। ਉਹਦੇ ਸਿੱਖ ਯੂਨਿਟਸ ਨੇ ਉਹ ਜਿਹੜੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੀ ਗੌਰਮੈਂਟ ਆਪ ਮਦਦ ਦੇ ਕੇ ਇਨਵੈਸਟਮੈਂਟ ਕਰਕੇ ਮਤਲਬ ਕਿ ਜਿੱਦਾਂ ਦੀ ਵੀ ਉਹਨਾਂ ਨੂੰ ਮਦਦ ਹੁੰਦੀ ਹੈ ਉਹ ਮਦਦ ਦੇ ਕੇ ਉਹਨੂੰ ਆਪਣੇ ਉਹਨੂੰ ਕੰਟੀਨਿਊ ਕਰਾ ਦਿੰਦੀ। ਇਹਦੇ ਨਾਲ ਜਿਹੜਾ ਉੱਥੇ ਸਿੱਖ ਯੂਨਿਟਸ ਨੇ ਉਹ ਵੀ ਆਟੋਮੈਟਿਕਲੀ ਆਪਣੇ ਲੀਹਾਂ 'ਤੇ ਆ ਜਾਂਦੇ। ਇਹ ਸੀਗਾ ਬੇਸਿਕਲੀ ਜਿਹੜਾ ਪਬਲਿਕ ਸੈਕਟਰ ਨੇ ਰੋਲ ਪਲੇ ਕੀਤਾ। ਜਸ ਟੂਡੇ ਓਕੇ ਬਾਏ।